Welcome to Campus Program. Today we are going to take you to Saint Soldier Elite Convent School, Majita, affiliated to CBSE, New Delhi. Saint Soldier Elite Convent School started back under the dynamic state Saint Soldier School Management Society. Saint Soldier stands for the highest and glorious spirit of our 10th Guru, Shri Guru Gobind Singh Ji. Mr. Mangal Singh is the founder force behind Saint Soldier School, Majita. He has over 4 decades of rich educational experience. His mission begins beyond the regular school curricula and spans in the area of innovative, holistic approach towards entire child development, combining the text, the visuals, the act, and the science on one hand, and convergence of mind, body, and soul on the other. The staff of Saint Soldier Elite Convent School is wonderful. They are all laborious and hardworking people. The teachers are well experienced and well qualified. Our team had a word with them. They were all praised for the school. Our team had a word with the student. She was all praised for the school. The students here are multi-talented. Along with the education, they participate in co-curricular activities as well. Our team had a word with chairman of the school. He gave us detailed information about Saint Soldier Elite Convent School, Majita. पंजाब प्लस चैनल ਤੇ ਤੁਹਾਡਾ ਸਵਾਗਤ ਹੈ। ਅਸੀਂ ਆਏ ਹਾਂ ਸੈਂਟ ਸੋਲਜਰ ਲਾਈਟ ਸਕੂਲ ਮਜੀਠਾ। ਸੈਂਟ ਸੋਲਜਰ ਜਿਹਦੀ ਚੇਨ ਪਹਿਲਾਂ ਜੰਡਿਆਲਾ ਤੋਂ ਸ਼ੁਰੂ ਹੋਈ ਹੈ ਔਰ ਉਹਦੇ ਨਾਲ ਮਜੀਠਾ ਚਵੰਡਾ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ। ਆਪਾਂ ਗੱਲ ਕਰ ਰਹੇ ਹਾਂ ਸਰ ਨਾਲ ਜਿਹੜੇ ਇੱਥੇ ਦੇ ਡਾਇਰੈਕਟਰ ਨੇ। ਸਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਸਰ ਕੀ ਕਹਿਣਾ ਚਾਹੋਗੇ ਕਿ ਇਹ ਵਿੱਦਿਆ ਦੀਆਂ ਦਾਨੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ ਬਲਕਿ ਉਹਨਾਂ ਨੂੰ ਵੈਲਿਊਜ਼, ਉਹਨਾਂ ਨੂੰ ਕਲਚਰਲ ਐਕਟੀਵਿਟੀਜ਼, ਗੇਮਸ, ਉਹਨਾਂ ਨੂੰ ਇੱਕ ਆਲਰਾਊਂਡਰ ਬਣਾ ਕਰ ਇਹ ਜਿਹੜੇ ਇੰਸਟੀਟਿਊਸ਼ਨਸ ਹੈਗੀਆਂ ਪਰਸਨੈਲਿਟੀ ਡਿਵੈਲਪਮੈਂਟ ਕਰਕੇ ਬੱਚਿਆਂ ਦਾ ਇੱਕ ਨਈ ਜਿਹੜੀ ਹੈਗੀ ਉਹਨਾਂ 'ਚ ਜੋਸ਼ ਭਰ ਕੇ ਜਿਹੜੀਆਂ ਇੰਸਟੀਟਿਊਸ਼ਨਸ ਜਿਹੜੀਆਂ ਸੇਵਾ ਕਰ ਰਹੀਆਂ ਨੇ। ਐਕਚੁਅਲੀ ਸਾਡਾ ਜਿਹੜਾ ਟਾਰਗੇਟ ਆ ਨਾ ਉਹ ਇਹ ਹੈ ਕਿ ਪਿੰਡੂ ਏਰੀਆ ਦੇ ਬੱਚੇ ਜਿਹੜੇ ਨੇ ਜਾਂ ਜਿਹੜੇ ਪੇਰੈਂਟਸ ਨੇ ਉਹ ਅਫੋਰਡ ਨਹੀਂ ਕਰ ਸਕਦੇ ਕਿ ਸ਼ਹਿਰ ਦੇ ਸੋ ਕਾਲ ਚੰਗੇ ਸਕੂਲਾਂ ਵਿੱਚ ਬੱਚਿਆਂ ਨੂੰ ਭੇਜ ਸਕਣ। ਤਾਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਦੇ ਪੇਰੈਂਟਸ ਦੇ ਡੋਰ ਸਟੈਪਸ 'ਤੇ ਇਹ ਜਿਹੜੀ ਐਜੂਕੇਸ਼ਨ ਹੈ, ਕੁਆਲਿਟੀ ਐਜੂਕੇਸ਼ਨ, ਇਹ ਬੜੇ ਰੀਜ਼ਨੇਬਲ ਰੇਟਸ 'ਤੇ ਦਿੱਤੀ ਜਾ ਸਕੇ ਤਾਂ ਕਿ ਪੇਰੈਂਟਸ ਨੂੰ ਮੁੜ ਕੇ ਆਪਣੇ ਬੱਚਿਆਂ ਨੂੰ ਇਹ ਨਾ ਜਵਾਬ ਦੇਣਾ ਪਏ ਵੀ ਤੁਹਾਨੂੰ ਚੰਗੀ ਵਿੱਦਿਆ ਨਹੀਂ ਦੇ ਸਕੇ, ਤੁਹਾਨੂੰ ਚੰਗੀ ਮੋਰਲ ਐਜੂਕੇਸ਼ਨ ਦੇ ਸਕੇ, ਤੁਹਾਨੂੰ ਚੰਗੇ ਸੰਸਥਾਵਾਂ 'ਚ ਪੜ੍ਹਾ ਨਹੀਂ ਸਕੇ। ਇਸ ਕਰਕੇ ਬੜੇ ਰੀਜ਼ਨੇਬਲ ਰੇਟਸ 'ਤੇ ਅਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਰੂਰਲ ਏਰੀਆ ਦੇ ਵਿੱਚ। ਸਰ ਅਗਰ ਆਪਾਂ ਗੱਲ ਕਰ ਲਈਏ ਇਸ ਕੈਂਪਸ ਦੀ ਜਿਹੜਾ ਕਿ ਗ੍ਰੀਨਰੀ ਦੇ ਨਾਲ ਭਰਿਆ ਹੋਇਆ ਹੈ ਚਾਰੋਂ ਤਰਫ ਔਰ ਬਹੁਤ ਹੀ ਵਧੀਆ ਐਟਮੋਸਫੀਅਰ ਹੈਗਾ ਅੰਦਰ ਦਾ। ਆਪਾਂ ਦੇਖ ਲਈਏ ਵੱਡੇ ਖੁੱਲ੍ਹੇ ਗਰਾਊਂਡਸ ਨੇ ਔਰ ਇਹ ਇੱਕ ਬੱਚਿਆਂ ਦੀ ਹਰ ਸੁਵਿਧਾ ਨੂੰ ਧਿਆਨ 'ਚ ਰੱਖ ਕੇ ਸਮਾਰਟ ਕਲਾਸਰੂਮਾਂ ਦੀ ਗੱਲ ਕਰ ਲਈਏ, ਲੈਬੋਰਟਰੀਜ਼ ਦੀ ਗੱਲ ਕਰ ਲਈਏ, ਆਪਾਂ ਲਾਇਬ੍ਰੇਰੀ ਦੀ ਗੱਲ ਕਰ ਲਈਏ ਤਾਂ ਹਰ ਚੀਜ਼ ਦੇ ਨਾਲ ਲੈਸ ਹੈ ਸਕੂਲ ਹੈ ਔਰ ਪੇਂਡੂ ਏਰੀਆ ਦੇ ਵਿੱਚ ਬਣਿਆ ਹੋਇਆ ਸਕੂਲ ਲੇਕਿਨ ਸ਼ਹਿਰੀ ਸਹੂਲਤਾਂ ਜਿਹੜੀਆਂ ਸਾਰੀਆਂ ਉਹ ਪ੍ਰੋਵਾਈਡ ਕਰ ਰਿਹਾ। ਐਕਚੁਅਲੀ 2 ਸਾਡੇ ਸਕੂਲ ਪਹਿਲਾਂ ਚੱਲ ਰਹੇ, ਇੱਕ ਜੰਡਿਆਲਾ ਗੁਰੂ, ਦੂਸਰਾ ਚਵਿੰਡਾ ਦੇਵੀ। ਅਤੇ ਸਾਡੇ ਮਾਨਯੋਗ MD ਸਰਦਾਰ ਮੰਗਲ ਸਿੰਘ ਜੀ ਕਿਸ਼ਨਪੁਰੀ, ਉਹਨਾਂ ਦਾ ਵਿਜ਼ਨ ਬੜਾ ਕਲੀਅਰ ਹੈ ਕਿ ਜਿਹੜੀਆਂ ਪ੍ਰੋਬਲਮਸ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਫੇਸ ਕੀਤੀਆਂ ਨੇ ਉਹ ਇਸ ਸਕੂਲ ਦੇ ਵਿੱਚੋਂ ਰਿਮੂਵ ਕਰਨੀਆਂ ਸੀ। ਉਸੇ ਚੀਜ਼ ਨੂੰ ਮੁੱਖ ਰੱਖ ਕੇ ਸਕੂਲ ਦਾ ਇਨਫਰਾਸਟਰਕਚਰ, ਸਕੂਲ ਦੀ ਬਿਲਡਿੰਗ, ਸਕੂਲ ਦਾ ਸਾਰਾ ਕੰਪਲੈਕਸ ਉਸੇ ਚੀਜ਼ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਇਨਵਾਇਰਮੈਂਟ ਜਿਹੜਾ ਬੜਾ ਸ਼ੁੱਧ, ਪੋਲਿਊਸ਼ਨ ਫਰੀ ਇਨਵਾਇਰਮੈਂਟ ਦਿੱਤਾ ਜਾਏ ਜਿਹੜਾ ਕਿ ਸ਼ਹਿਰਾਂ ਵਿੱਚ ਨਹੀਂ ਮਿਲਦਾ ਔਰ ਤਾਂ ਕਿ ਬੱਚਿਆਂ ਦੀ ਸਿਹਤ ਸਹੂਲਤਾਂ ਪੱਖੋਂ ਹਰ ਪੱਖੋਂ ਉਹਨਾਂ ਦਾ ਧਿਆਨ ਰੱਖਿਆ ਜਾ ਸਕੇ। ਸਰ ਅੱਜ ਦਾ ਜਿਹੜਾ ਯੁੱਗ ਹੈਗਾ ਜਿਹਦੇ 'ਚ ਬੱਚੇ ਜਿਹੜੇ ਹੈਗੇ ਆ ਫੋਰਨ ਜਾ ਰਹੇ ਨੇ ਜ਼ਿਆਦਾ ਔਰ ਉਹਨੂੰ ਦੇਖ ਕੇ ਇੰਗਲਿਸ਼ ਸਪੀਕਿੰਗ ਦੀ ਆਪਾਂ ਗੱਲ ਕਰ ਲਈਏ ਤਾਂ ਇੱਕ ਪੇਂਡੂ ਸਕੂਲ ਦੇ ਵਿੱਚ ਬਹੁਤ ਹੀ ਬੈਸਟ ਇੰਗਲਿਸ਼ ਸਪੀਕਿੰਗ ਦਾ ਇੱਥੇ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਇਹ ਇੰਟਰਨੈਸ਼ਨਲ ਲੈਂਗੁਏਜ ਆ ਭਾਈ, ਤੁਸੀਂ ਬਾਹਰ ਜਾਣਾ ਤਾਂ ਕੋਈ ਗੱਲ ਨਹੀਂ, ਜੇ ਇੰਡੀਆ 'ਚ ਰਹਿਣਾ ਤਾਂ ਵੀ ਇੰਗਲਿਸ਼ ਦੀ ਬਹੁਤ ਵੱਡੀ ਵੈਲਿਊ ਆ ਔਰ ਉਹਨੂੰ ਦੇਖ ਕੇ ਇੰਗਲਿਸ਼ ਸਪੀਕਿੰਗ ਦੇ ਲਈ ਬੱਚਿਆਂ ਨੂੰ ਪਰਿਪੱਕ ਕੀਤਾ ਜਾਂਦਾ। ਐਕਚੁਅਲੀ ਅੱਜ ਕੱਲ੍ਹ ਦੇ ਜਿਹੜੇ ਪੈਰਾਮੀਟਰਸ ਨਾ ਉਹਦੇ ਵਿੱਚ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ, ਇੰਗਲਿਸ਼ ਸਪੋਕਨ ਇੰਗਲਿਸ਼ ਬਹੁਤ ਵਧੀਆ ਫਲੂਐਂਟਲੀ ਬੱਚੇ ਨੂੰ ਬੋਲਣੀ ਆਉਣੀ ਚਾਹੀਦੀ ਹੈ ਔਰ ਸਾਡੇ ਪੜ੍ਹੇ ਹੋਏ ਬੱਚੇ ਜਿਹੜੇ ਨੇ, ਸਾਡੇ ਟ੍ਰੇਨ ਕੀਤੇ ਹੋਏ ਬੱਚੇ ਨੇ, ਵਿਦਾਊਟ ਐਨੀ ਟ੍ਰੇਨਿੰਗ, ਵਿਦਾਊਟ ਐਨੀ ਕੋਚਿੰਗ, ਆਈਲੈਟਸ ਕਰਕੇ ਕਲੀਅਰ ਕਰਕੇ ਬਹੁਤ ਵਧੀਆ ਬੈਂਡ ਲੈ ਕੇ ਆਰਾਮ ਨਾਲ ਬਾਹਰ ਜਾ ਰਹੇ ਨੇ। ਔਰ ਜਿਹੜੇ ਬੱਚੇ ਇੱਥੇ ਵੀ ਸੈਟਲ ਹੋ ਰਹੇ ਨੇ ਵਧੀਆ ਕਾਲਜਿਸ ਦੇ ਵਿੱਚ, ਵਧੀਆ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਫਰਦਰ ਸਟੱਡੀਜ਼ ਵਾਸਤੇ ਔਰ ਬਹੁਤ ਵਧੀਆ ਸੈਟਲ ਹੋ ਰਹੇ ਨੇ। ਅਸੀਂ ਵੀ ਆਰ ਸੈਟਿਸਫਾਈਡ ਫਾਰ ਦਿਸ। ਸਰ ਕਿਸ਼ਨਪੁਰੀ ਜੀ ਜਿਨ੍ਹਾਂ ਦਾ ਮਾਈਂਡ ਇਹ ਹੈ ਕਿ ਅਸੀਂ ਫੋਰਨ ਦੀ ਤਰਜ਼ 'ਤੇ ਪੜ੍ਹਾਉਣੇ ਬੱਚੇ ਔਰ ਉਹ ਹਮੇਸ਼ਾ ਕੋਈ ਨਾ ਕੋਈ ਚੀਜ਼ ਨਵੀਂ, ਹਮੇਸ਼ਾ ਉਹਨਾਂ ਦਾ ਮਾਈਂਡ ਇਹ ਰਹਿੰਦਾ ਕਿ ਮੈਂ ਆਪਣੇ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਇਨਫਰਾਸਟਰਕਚਰ ਦੇ ਵਿੱਚ, ਕੋਈ ਨਾ ਕੋਈ ਐਕਟੀਵਿਟੀਜ਼ ਦੇ ਵਿੱਚ, ਕੋਈ ਨਾ ਕੋਈ
ਵੈਲਿਊਜ਼ ਦੇ ਵਿੱਚ ਕੋਈ ਐਸੀ ਚੀਜ਼ ਲਿਆਵਾਂ ਜਿਹਦੇ ਨਾਲ ਬੱਚਿਆਂ ਦਾ ਜਿਹੜਾ ਮੈਂਟਲ ਲੈਵਲ ਹੈਗਾ ਬੜਾ ਉੱਚਾ ਚਲੇ ਜਾਵੇ। ਔਰ ਉਹਨੂੰ ਦੇਖਦੇ ਹੋਏ ਇੱਥੇ ਤੁਸੀਂ ਆਪਾਂ ਦੇਖਿਆ ਕਿ ਸਪੋਰਟਸ ਦੇ ਲਈ ਅਲੱਗ ਟੀਚਰ ਹੈਗੇ ਆ, ਔਰ ਹਰੇਕ ਚੀਜ਼ ਦੇ ਲਈ ਮਿਊਜ਼ਿਕ ਦੀ ਗੱਲ ਕਰ ਲਈਏ ਤਾਂ ਮਿਊਜ਼ਿਕ ਦੇ ਲਈ ਮਤਲਬ ਹਰ ਚੀਜ਼ ਦੇ ਲਈ ਉਹਨਾਂ ਨੇ ਪਰਿਪੱਕ ਕੀਤਾ ਹੋਇਆ ਵੀ ਇੰਸਟੀਟਿਊਸ਼ਨਸ ਨੂੰ ਕਿ ਉਹ ਇੱਕ ਵਧੀਆ ਬੱਚੇ ਪ੍ਰੋਡਿਊਸ ਕਰਨ। Actually, ਮੇਰੀ daughter in law, she is in government job in Canada, having a district level post. She is coordinator in district education office in Canada, in London city. ਤੋ ਸਾਨੂੰ ਉਹਨਾਂ ਤੋਂ ਫੀਡਬੈਕ ਮਿਲਦੀ ਰਹਿੰਦੀ ਹੈ ਕਿ ਉਹ ਉਹਨਾਂ ਦੀ ਕੀ ਹੈ ਪੈਰਾਮੀਟਰਸ ਕੀ ਨੇ ਜਿਨ੍ਹਾਂ ਨੂੰ ਲੈ ਕੇ ਉਹ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦਿੰਦੇ ਆ, ਬੱਚੇ 'ਤੇ ਬਰਡਨ ਨਹੀਂ ਪਾਉਂਦੇ ਤਾਂ ਕਿ ਬੱਚੇ ਦੀ ਗਰੋਥ ਜਿਹੜੀ ਆ ਉਹ ਪ੍ਰੋਪਰ ਮੈਂਟਲੀ ਫਿਜ਼ੀਕਲੀ ਉਹ ਪ੍ਰੋਪਰ ਗਰੋਥ ਹੋ ਸਕੇ, ਬੱਚੇ ਦੀ ਗਰੋਥ ਦੇ ਵਿੱਚ ਰੁਕਾਵਟ ਨਾ ਆਏ। ਬੱਚਿਆਂ ਦੇ ਅਸੀਂ ਘੱਟ ਤੋਂ ਘੱਟ ਬਰਡਨ ਪਾ ਕੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਆ, ਪ੍ਰੈਕਟੀਕਲ ਨੌਲੇਜ ਦਿੰਦੇ ਆ, ਥਿਓਰੀਟੀਕਲ ਨੌਲੇਜ ਵੱਲ ਘੱਟ ਧਿਆਨ ਦਿੱਤਾ ਜਾਂਦਾ। ਔਰ ਸਰ ਅਗਰ ਆਪਾਂ ਗੱਲ ਕਰ ਲਈਏ ਰਿਜ਼ਲਟਸ ਦੀ ਗੱਲ ਕਰ ਲਈਏ ਤਾਂ 10th ਦੇ ਰਿਜ਼ਲਟ ਜਿਹੜੇ ਹੈਗੇ ਆ ਬਹੁਤ ਹੀ ਵਧੀਆ ਰਿਜ਼ਲਟਸ ਦੇ ਨਾਲ ਬੱਚਿਆਂ ਨੇ ਜਿਹੜੇ ਹੈਗੇ ਮੱਲਾਂ ਮਾਰੀਆਂ। ਔਰ ਪੇਂਡੂ ਏਰੀਆ ਦੇ ਵਿੱਚ ਐਸੇ ਵਧੀਆ ਰਿਜ਼ਲਟ ਆਉਣੇ 90% ਤੋਂ ਵੱਧ ਇੰਨੇ ਬੱਚੇ, 85% 80% ਤੋਂ ਵੱਧ ਇੰਨੇ ਬੱਚੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਐਕਚੁਅਲੀ ਕੀ ਹੈ ਸਕੂਲ 'ਤੇ ਡਿਪੈਂਡ ਕਰਦਾ ਸਾਰਾ। ਦੇਖੋ ਬੱਚੇ ਆਉਂਦੇ ਆ, ਕੋਈ ਕਿਸੇ ਵਾਤਾਵਰਨ 'ਚੋਂ ਆਉਂਦਾ ਹੈ, ਕਿਸੇ ਦੇ ਪੇਰੈਂਟਸ ਪੜ੍ਹੇ ਲਿਖੇ ਹੈ, ਕੋਈ ਇਲਿਟਰੇਟ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਕੋਈ ਇਕਨੋਮਿਕਲੀ ਡਾਊਨ ਟ੍ਰੋਡਨ ਏਰੀਆ ਤੋਂ ਬਿਲੋਂਗ ਕਰਦਾ ਹੈ। ਉਹ ਸਾਰਿਆਂ ਬੱਚਿਆਂ ਨੂੰ ਇੱਕ ਲੈਵਲ 'ਤੇ ਲੈ ਕੇ ਆਉਣਾ ਇਹਦੇ ਵਾਸਤੇ ਬੜਾ ਵੱਡੀ ਪਲੈਨਿੰਗ ਦੀ ਲੋੜ ਹੁੰਦੀ ਆ ਔਰ ਬੜੀ ਵੱਡੀ ਸਟਰਗਲ ਦੀ ਲੋੜ ਹੁੰਦੀ ਹੈ ਟੀਚਰਸ ਵੱਲੋਂ, ਮੈਨੇਜਮੈਂਟ ਵੱਲੋਂ, ਸਿਸਟਮ ਵੱਲੋਂ। ਸਾਰਾ ਕੁਝ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬੱਚਿਆਂ ਨੂੰ ਤਾਂ ਕਿ ਉਹ ਬੱਚੇ ਕੁਝ ਨੂੰ ਬਣ ਕੇ ਨਿਕਲਦੇ ਆ ਅਤੇ ਉਹਨਾਂ ਦੇ ਸੇਂਟ ਸੋਲਜਰ ਸਕੂਲ ਦੀ ਮੋਹਰ ਲੱਗ ਜਾਂਦੀ ਵੀ ਸੇਂਟ ਸੋਲਜਰਿੰਗ ਨਾ, ਅਤੇ ਉਹ ਅੱਗੇ ਜਾ ਕੇ ਕਿਤੇ ਲਾਮਾ ਨਾ ਮਿਲੇ ਸਾਨੂੰ ਵੀ ਸੇਂਟ ਸੋਲਜਰ ਦਾ ਬੱਚਾ ਪੜ੍ਹਿਆ ਹੋਇਆ ਕਿਤੇ ਕੋਈ ਗਲਤ ਹਰਕਤ ਕਰਦਾ ਫੜਿਆ ਕਿ ਗਲਤ ਕਿਤੇ ਉਹਦੇ ਵਿੱਚ ਇਨਵਾਲਵ ਹੋ ਗਿਆ। ਸਾਨੂੰ ਮਾਣ ਹੁੰਦਾ ਜਦੋਂ ਸਾਡੇ ਬੱਚੇ ਪੜ੍ਹੇ ਹੋਏ ਕਿਤੇ ਚੰਗੀ ਪੋਸਟ 'ਤੇ ਜਾਂਦੇ ਆ, ਆਰਮੀ ਦੇ ਵਿੱਚ ਕਮਿਸ਼ਨ ਲੈਂਦੇ ਆ, ਇੰਜੀਨੀਅਰਿੰਗ ਕਾਲਜ ਦੇ ਵਿੱਚ, ਮੈਡੀਕਲ ਕਾਲਜ ਦੇ ਵਿੱਚ ਜਾ ਕੇ ਚੰਗਾ ਸਥਾਨ ਹਾਸਲ ਕਰਦੇ ਆ। ਸਰ ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾ ਸਾਨੂੰ ਸਮਾਂ ਦੇਣ ਦੇ ਲਈ ਔਰ ਇਸ ਪੇਂਡੂ ਏਰੀਏ ਦਾ ਇੱਕ ਵਧੀਆ ਸਕੂਲ ਦਿਖਾਉਣ ਦੇ ਲਈ ਪੰਜਾਬ ਪਲੱਸ ਚੈਨਲ ਦੇ ਮਾਧਿਅਮ ਦੇ ਦਰਸ਼ਕਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। थैंक यू जी, तुसी आए स्पेशली टाइम कट के, बहुत बहुत धन्यवाद। बेटा कैसा महसूस कर रहे हैं आप इस स्कूल में पढ़कर? बहुत अच्छा, बहुत मतलब इन्जॉय करते हैं स्कूल में, बहुत अच्छी मतलब पढ़ाई चलती है हमारी। क्या कहना चाहेंगे कि यहाँ केवल पढ़ाई नहीं है, उसके साथ साथ कल्चरल एक्टिविटीज़, गेम्स, कैरेक्टर बिल्ड और पर्सनैलिटी डेवलपमेंट जिसके ऊपर पूरा एम्फसाइज किया जाता है? यहाँ पर गेम्स भी होती हैं, कल्चरल एक्टिविटीज़ भी होती हैं और हम सभी में पार्टिसिपेट भी करते हैं पढ़ाई के साथ साथ। Morning and welcome everybody. This is our Saint Soldier Elite Convent School Majita branch. Come with us. I'm going to show you each and everything, starting with the infrastructure of the school. This thing is our reception area. Please come with me. This entire area is of reception. There sits the receptionist. And the right hand side of it, the left hand side of it, we have the management chamber. Here sits our chairman sir, Mr. Jaspinder Singh Kalu. And on the right hand side, we have the admin office.
For regarding the fee structure and the infrastructure of the school, anything requires inquiry is done in the admin office. Nearby with the admin office, we have principal's office. Mr. Bhupinder Bishnoi is the current principal of the school. Here is the principal office. For teachers, attendance at the arrival and the dispersal, biometric attendance, the online attendance system. For teachers, arrival and the departure, we have attendance over here. With the junior wing, the playpen, this is the nursery and the playpen room, activity room. Playpen of the school, we have a very good and interactive playpen. Students learn a lot of things here. We interact with the students personally, one by one. This is the play area for the students, and the common information is displayed all over the classroom. This is our playpen entire classroom. These little blossoms are our playpen students. They are going to perform some activity today for you all. Yes, ma'am. Hello ma'am, my name is Shweta. I am a playpen class in charge. Today we are going to start a little activity with my lovely kids. Okay, ma'am, start the activity. Charts on the board prepares the basic for the student. Here we have alphabet chart. For Punjabi we have Uda Ada. For Hindi we have Varnmala. Then means of transportation, different wild animals, fruits name, color of the fruit. Everything is displayed on the board for students' understanding. Here are the good habits, what you should do early in the morning after waking up. So all the things, including color names, parts of the body, shapes, everything is described in a very interactive and pretty manner. Our school is a smart school. We have computer tech facility for our students. This is the computer lab for the junior wing, for the small kids. Here we have so many computers for their practical knowledge and implementation of basic concepts. We have a very good concept. It's a thought, like a thought for the day, the concept of the day for the students. See, for small students, we are showing daily concepts, big and small, how to differentiate between the concepts and the thought. The future depends on what we do in the present. हमारा फ्यूचर उस पर डिपेंड करता है जो हम प्रेजेंट में एक्शंस करते हैं. अगर हम प्रेजेंट में डिटर्मिनेशन के साथ, हार्ड वर्क के साथ काम करेंगे तो डेफिनेटली हम फ्यूचर में अपने सारे गोल्स अचीव कर लेंगे. हियर इज़ द कॉरिडोर फॉर द एंटायर जूनियर विंग. In smart school we have LEDs, educoms and projectors. Students learn by seeing in the TV. You can cover it. पीछे से ना टीवी कवर कर First day we'll go into the class. Students are learning with the sound of the word. This is also a smart classroom. We had Educom there. Okay, we have projector and we have LEDs of class first day. How she going to teach or how she teaches her students for better clarity of concepts. My name is Nisha and I am in charge of first A, and students are doing learning English, vegetables name, and they also learn with the activity, through activity and other activities. There are 25 students in my class, and my students is so sweet and love to teach. Different boards in the entire corridor which show some or the other thing. We have different things for students' educational values and purposes. See, a book is a dream that you hold in your hand. अगर आपको अपना कोई भी सपना साकार करना है तो हम शुरुआत कहाँ से करते हैं? पढ़ाई से. शुरुआत करते हैं किताबों से. अगर किताबों को हम अपना बेस्ट फ्रेंड बना दें, as we say that books are the potential role in our life. Book plays a very important role. जब हम किताबें पढ़ते हैं, किताबों में अपने फ्रेंड्स को ढूंढते हैं, तो हमें अपने लक्ष्य से हासिल करने से कोई भी नहीं रोक सकता. So you can have a look here. Everyone has a chance to make difference. हर एक इंसान के पास मौका होता है दुनिया में अपने आप को अलग प्रूफ करने का. English concepts.
Prepositions. Daily gestures we need to perform while we enter in the school. This is the class UKGB. We have LED here. In standard second A, please come sir. These are the students of second A and Baljeet ma'am is the in charge of second A. Interact with Baljeet ma'am, she is in charge of second A. We are going to ask her कि वो अपने बच्चों को किस हिसाब से पढ़ाते हैं, उनके बेस कंसेप्ट्स को क्लियर करने के लिए क्या करवाते हैं. Good afternoon, ma'am. First of all, my name is Baljeet Kaur. I'm in charge of second A class. Whenever I am start my learning process, I start with the practical. First, I give the example to the student. Then after that, I will turn to the book. देन स्टेप बाय स्टेप वन बाय वन मैं इनको फिर बुक से पढ़ाना शुरू करती हूँ, एक एक करके इनको सारे कॉन्सेप्ट्स क्लियर करती हूँ. फिर इनको वर्ड मीनिंग पे आती हूँ, उनको वर्ड मीनिंग का प्रोसेस समझाती हूँ. फिर उनसे पूछती हूँ किसी भी बच्चे को उठा के, अगर इनको नहीं समझ आया तो फिर इनको मैं बोलती हूँ कि बेटे मुझे एक बार पूछो, दो बार पूछो, तीन बार पूछो. इस तरह से चैप्टर को पूरे हफ्ते में 3 या 4 बार हम दोहराते हैं. एट द एंड अगर ना पता चले तो फिर हम इनका सैटरडे या फ्राइडे को हम इनका टेस्ट लेते हैं. उससे टीचर को पता चल जाता है रिटर्न में कि इनको कितना क्लियर हुआ है कॉन्सेप्ट, कितना नहीं हुआ. So I'm now going to take you to the sports room of the school. Please come with me. This is the sports room. We have indoor as well as outdoor games. Outdoor games are played in the ground and indoor games are played over here. You can see chess, carom board, everything is placed here for students' entertainment purpose. Sports plays a very important role in our life, and there is a very famous proverb, healthy mind resides in healthy body. For being healthy by mind and by body, sports is a very important thing in our life. This is our music room. This is the music room for the school. यहाँ हमारे पास काफ़ी सारे इंस्ट्रूमेंट्स हैं और राम स्वरूप सर हमारे म्यूज़िक के टीचर हैं. वो बच्चों को काफ़ी अच्छी तरीके से सब कुछ सिखाते हैं. म्यूज़िक के बारे में, म्यूज़िक की बारीकियाँ, छोटी छोटी चीज़ें म्यूज़िक के बारे में सिखाई जाती हैं. ये देखिए म्यूज़िक के रिलेटेड. ये उनके सारे इंस्ट्रूमेंट्स पड़े हैं जहाँ सर प्रैक्टिस करते हैं, खुद भी रियाज़ करते हैं और बच्चों को इनसे सिखाते हैं. ऐसे सर कोई ना कोई प्रेयर, कोई ना कोई गीत यहाँ पर डेली लिखते हैं. ये स्कूल की सीनियर विंग है जो कि फर्स्ट फ्लोर पे है. दिस इज़ आवर क्लास थर्ड है. काइंडली कम. ये देख सकते हैं आप जैसे कि बच्चे टीचर के पीछे रिसाइड करके अपने कंसेप्ट्स को और क्लियर कर रहे हैं. मैम से बात करेंगे कि जैसे आजकल हर स्कूल में इंग्लिश का बहुत बोलबाला है, इंग्लिश को ज़्यादा प्रेफरेंस दी जाती है, तो कैसे ये टीचर हमारे स्टूडेंट्स को अपनी मातृभाषा के साथ जोड़े रखते हैं. गुड मॉर्निंग. मैं चाहांगी कि इंग्लिश चलो ठीक है, इंग्लिश अपनी जगह ठीक है, लेकिन अपनी माँ भाषा ਨੂੰ कभी भी नहीं भुੱਲਣਾ ਚਾਹੀਦਾ. ठीक है, अपनी जो ਅਸੀਂ अपनी फीलिंग्स जो अपनियां फीलिंग्स ਨੂੰ अच्छी तरह प्रेजेंट कर सकते हैं, वो अपनी इसी माँ भाषा द्वारा ही कर सकते हैं. फोर्थ क्लास ऑफ आवर स्कूल. This unit will teach you As I told you, every class is a smart class here. Students TV पे सुन के categorize your habits मेमोराइज करते हैं, अपने कंसेप्ट्स को क्लियर करते हैं. आप देख सकते हैं. in a clearer way. So, let's get started with the unit. सब बच्चे कितने ध्यान से टीवी की तरफ देख रहे हैं. ये एक नया तरीका है जिसमें हम अपने बच्चों को पढ़ाई के साथ जोड़ सकते हैं.
बहुत बच्चे बुक्स के साथ बोर हो जाते हैं, बुक्स पढ़ते पढ़ते हमें मोनोटोनस फील होता है, बट अगर हम देख कर किसी चीज़ को लर्न करते हैं तो वो चीज़ हमारे दिमाग में जल्दी पड़ती है और हम ग्रास्प भी इजीली करते हैं नॉलेज को। दिस इज़ 5th क्लासरूम। सभी बच्चे अपना काम करते हुए ऑब्जर्वेशन के साथ बच्चों के साथ रहते हैं, बहुत केयरफुल रहते हैं ताकि हर बच्चा सिर्फ पढ़ाई करता नज़र आए। सो टुडे ऑन 6th October वी हैव अ PT मीट। हमारे टर्म 1 के एग्ज़ाम्स अभी ख़त्म हुए हैं एंड PT मीट शुरू हो गई है। आप क्लास में आके देख सकते हैं टीचर्स एंड पेरेंट्स कोऑपरेशन, टीचर्स एंड पेरेंट्स डीलिंग। टीचर्स प्रॉपरली पेरेंट्स को सेटिस्फाई करके भेजते हैं, उनकी प्रॉब्लम्स को सुनते हैं और उनको कोई ना कोई सुझाव देते हैं। अब मैं आपको एक पेरेंट के साथ अपनी इंटरेक्शन करके दिखाना चाहूँगी कि पेरेंट हमारे स्कूल के लिए क्या फीडबैक देते हैं और वो क्या सोचते हैं स्कूल के बारे में। सत श्री अकाल मैम। हाँ जी, सत श्री मैम। मैम आपका बच्चा स्कूल में कब से पढ़ता है? मैम 5 साल पढ़ते हैं, बहुत वधिया पढ़ता है, पढ़ाई भी करते हैं। किन्ने बच्चे ਤੁਹਾਡੇ ਸਕੂਲ 'ਚ? 3 बच्चे मैम। ठीक है मैम, ਤੁਸੀਂ ਸਕੂਲ ਦੀ ਪੜ੍ਹਾਈ ਤੋਂ ਸੈਟੀਸਫਾਈਡ ਹੋ? हाँ मैम। हाँ जी मैम। ਸੈਟੀਸਫਾਈਡ ਹੋ? हाँ जी। ਤੁਸੀਂ ਸਕੂਲ ਕੋਲੋਂ ਕੀ ਉਮੀਦ ਕਰਦੇ ਹੋ? भी बच्चों की पढ़ाई बच्ची वैसे भी अच्छा है, वधिया है, बहुत सुंदर स्कूल है। पढ़ाई भी इस स्कूल वर्गी पढ़ाई कितनी नहीं आप देखी भी, बच्चे पढ़ते हो गए भी 5-6 साल है गए। टीचर्स ਤੁਹਾਡੇ ਨਾਲ ਪੂਰਾ ਕੋਆਪਰੇਟ ਕਰਦੇ ਇੱਥੇ ਦੇ? हाँ जी मैम। In our school we provide the facilities for labs. We have chemistry lab, maths lab, computer lab. This is the chemistry lab of the school. All the equipments and apparatus, everything is present in our chemistry lab. We have periodic table chart. स्टूडेंट्स को उनके कंसेप्ट की, चैप्टर की काफ़ी अच्छी तरीके से क्लैरिफिकेशन यहाँ प्रैक्टिकली इम्प्लीमेंट करके करवाई जाती है। अब मैं आपकी बात कराऊंगी हमारे साइंस टीचर से, मिस्टर कुलवंत सिंह। गुड आफ्टरनून, आई एम कुलवंत सिंह एंड आई एम ए साइंस टीचर। और आज हम साइंस के केमिस्ट्री प्रैक्टिकल्स के बारे में बातचीत करेंगे। यहाँ पे हम डिफरेंट साइंस की प्रैक्टिकल्स के बारे में स्टडी करते हैं। साइंस के डिफरेंट सॉल्ट, एसिड्स, इन सब की बेसिक प्रॉपर्टीज़, रिएक्शंस के बारे में हम स्टडी करते हैं। हमने पीरियोडिक टेबल के एक चार्ट लगा रखी है जिसमें हम डिफरेंट एलिमेंट्स के बारे में स्टडी करते हैं। बायोलॉजी लैब ऑफ द स्कूल। नाउ आई एम गोइंग टू शो यू व्हाट ऑल बायोलॉजी लैब होल्ड्स। स्केलेटन सिस्टम of the body, nervous system of the body. Different body parts are also displayed in such a manner that students can easily locate different body parts and can have better detailed knowledge about it. This is the human digestive system. Each and everything is located very clearly to distinguish and to show our students. Respiratory system, digestive system, and different body parts are located here. This is the computer lab for the senior classes. Charts are represented everywhere to show the concepts. Students are practically implementing the concepts taught in the classroom. Whatever is in the book is taught here so that they can get clarity one by one. Every student is having their particular own computer system. We have 20 computer systems in the senior lab and every student is participating equally. We have well qualified computer staff. We have located different charts and the concepts on the board so that a particular child can see and acknowledge and identify the different computer facts. See, this is the computer components, a very basic thing, but if we don't put it as here and we don't tell our students, they'll never get to know. The monitor, keyboard, CPU, everything is placed. This is the whole entire big chart for the keyboard. All the 128 keys are located here. You can see the generations of computer. We are working in the 5th generation now, but from the past, the 1st generation, 2nd, 3rd and 4th and so on. This is the library of the school. As library consists of so many books, books plays a major role, so come into the library. Students are silently and interestingly reading their books. The librarian is sitting over there. We have more than 4,000 plus books in our library of every genre, that is fiction, novel, drama, science, English, history, past, everything. We have also displayed career chart in our school, like in 10th what streams you can opt for the higher secondary, that is 12th we have different stream. After 12th what can we do in science, arts and commerce field, everything has been displayed here. Ash green play area, the playground of the school. We have 200-meter track and all over for the running marathon. Second, we have one volleyball court, kho-kho ground,
2 badminton court, and this is the kho area. The entire track is of 200 meters. For different games, like for kho, for shot put, for discus throw, we have different coaches, and for the national and the state levels, our school is always selected. Our school holds a good position and always takes position in the different games. Academics के साथ साथ हमारे स्कूल में co-curricular activities भी काफ़ी अच्छी तरीके से करवाई जाती हैं. Different co-curricular activities like yoga, dancing, ये सब हम इधर करवाते हैं. ये जो पूरा एरिया है इसमें योगा करवाया जाता है. योगा के लिए हमारे पास अलग टीचर्स हैं. डांसिंग करवाई जाती है, और कोई भी छोटे मोटे जो फंक्शंस होते हैं, कंपटीशन छोटे बच्चों के होते हैं, वो यहाँ परफॉर्म करवाए जाते हैं. सो सिक्योरिटी जो है वो एक बहुत ही मेजर रोल प्ले करती है, और बच्चों के साथ सिक्योरिटी होना बहुत ज़रूरी है. सो हमारा जो पूरा कैंपस है वो सर्विलेंस ऑक्यूपाइड है. हर जगह कैमराज लगे हैं. यू कैन सी फॉर द सिक्योरिटी ऑफ द स्टूडेंट्स हर जगह कैमराज हैं जिसके अंदर ऑडियो एंड विजुअल्स दोनों आते हैं. प्रोवाइड्स ट्रांसपोर्टेशन फैसिलिटीज़ फॉर आवर स्टूडेंट्स, एंड यू कैन सी दिस इज़ द ट्रांसपोर्टेशन. सारी बसेस यहाँ पे पार्क्ड हैं. बच्चों की सेफ्टी के लिए बसेस में हम एक मेड प्रोवाइड करते हैं ड्राइवर्स के साथ, एंड सारी वैन्स यहाँ पे लगी हुई हैं. दिस इज़ द पार्किंग एरिया ऑफ द स्कूल. द कैंपस इज़ एंटायरली लश ग्रीन. यू कैन सी. Now I'm going to show you the last part of the school, that is the fees area, जहाँ पे fees deposit होती है, is also a part of the administration office. Fees deposition office, this is the administration clerical office. यहाँ पे बच्चों की fees deposit की जाती है. जैसे कि आप देख सकते हैं आज parent teacher meet है and parents अपने बच्चों की fees deposit करवाने. Ground for the kindergarten, ये हमारे kindergarten बच्चों के लिए playground है. आप देख सकते हैं different swings, activities के लिए झूले यहाँ पे लगे हुए हैं बच्चों के लिए, and that is also completely lush green. अभी हमें म्यूज़िक वाले सर के साथ, जो बैकबोन है इस स्कूल की, अगर हम बात कर लें, फ्रंट ऑफिस पर भी ये हैं और म्यूज़िक रूम में भी म्यूज़िक की भी जो भी ट्रेनिंग है बच्चों को ये दे रहे हैं. सर स्वागत है आपका. हाँ जी, पूरे स्कूल ਦੇ ਵਿੱਚ 2 ਸੈਗਮੈਂਟ ਜਿਹੜੀ ਅਸੈਂਬਲੀ ਮਾਰਨਿੰਗ ਅਸੈਂਬਲੀ ਹੁੰਦੀ ਹੈ, ਪਲੇ ਪੈਨ ਤੋਂ ਲੈ ਕੇ ਸੈਕਿੰਡ ਤੱਕ ਤੇ 3rd ਆਨਵਰਡਸ ਤੋਂ ਲੈ ਕੇ 10th ਤੱਕ ਜੋ ਅਸੈਂਬਲੀ ਉਹ ਹੁੰਦੀ ਹੈ. ਅਸੈਂਬਲੀ ਦੇ ਵਿੱਚ ਪਹਿਲੇ ਮੂਲ ਮੰਤਰ ਦੇ ਪਾਠ, ਫਿਰ ਮੋਟੀਵੇਸ਼ਨ ਸੌਂਗ, ਪ੍ਰੇਅਰਸ, ਪੋਇਮਸ ਰੋਜ਼ ਕਰਵਾਈਆਂ ਜਾਂਦੀਆਂ ਨੇ. ਉਹਦੇ ਵਿੱਚ ਥਾਟ ਹੈ, ਨਿਊਜ਼ ਹੈ, ਐਮਓਡੋ ਸਪੀਚ ਹੈ, ਮਾਸਟਰ ਆਫ ਦਾ ਡੇ, ਉਹਨਾਂ ਦੇ ਥਾਟਸ ਨੇ. ਸਾਰੇ ਬੱਚਿਆਂ ਨੂੰ ਅਸੈਂਬਲੀ ਦੇ ਵਿੱਚ ਇੱਕ ਛੱਤ ਦੇ ਥੱਲੇ ਸਾਰਾ ਜਿਹੜਾ ਸਵੇਰੇ 20-20 ਮਿੰਟ ਦੀ ਪ੍ਰੋਗਰਾਮ ਹੁੰਦਾ ਹੈ, ਉਹਦੇ ਵਿੱਚ ਬੱਚੇ ਬਹੁਤ ਹੀ ਨੌਲੇਜ ਗੇਨ ਕਰਦੇ ਨੇ. ਉਸ ਤੋਂ ਇਲਾਵਾ ਕੰਪੀਟੀਸ਼ਨ ਬਾਹਰ ਹੁੰਦੇ ਨੇ, ਫੋਕ ਸੌਂਗ, ਲੋਕ ਗੀਤ ਤੇ ਇੰਟਰਨੈਸ਼ਨਲ ਸੌਂਗ, ਬਾਰਡਰ ਤੇ ਸੌਂਗ, ਉਹ भी बच्चे जाके पार्टिसिपेट करते हैं तो अपने इस इलाके का नाम जड़ा वो रोशन करते हैं. अभी हम हैं कोऑर्डिनेटर मैडम के साथ, जिन्होंने अब हमारे चैनल के माध्यम से सभी को सारा स्कूल का जो है एक राउंड करवाया. मैडम स्वागत है आपका. थैंक यू सो मच सर. मैडम आपका ये ग्रीन लशी स्कूल जिसमें आप लोग सेवाएं अपनी दे रहे हैं, क्या कहना चाहेंगे कि स्कूल को कल्चरल एक्टिविटीज़ की बात कर लें, गेम्स की बात कर लें, करैक्टर बिल्ड की बात कर लें, तो बच्चों में एक वो एनर्जी भरी जा रही है स्कूल में, क्या कहना चाहेंगे? सो स्कूल एक माध्यम है बच्चों को जो शिक्षा से जोड़ता है. स्कूल एक माध्यम है जो बच्चों को शिक्षा के अलावा, एकेडमिक्स के अलावा कोकुलर एक्टिविटीज़ से भी जोड़ता है. और हमारा स्कूल सेंट सोल्जर ग्रुप ऑफ स्कूल्स बहुत फेमस है स्टेट एंड नेशनल लेवल पे, जो हम पोजीशन होल्ड करते हैं हर एक कैटेगरी में. हमारे स्कूल में काफ़ी तरीके के गेम्स होते हैं, जैसे डिस्कस थ्रू, शॉट पुट, खो खो, वॉलीबॉल. वी हैव 200 मीटर ट्रैक, रनिंग. सो हर चीज़ में बच्चे बहुत अव्वल दर्जे से अपना नंबर लेकर आ रहे हैं. और जहाँ तक बात है एकेडमिक्स की, तो उसमें कोई शक ही नहीं है कि हमारे यहाँ जितने भी टीचर्स हैं बहुत वेल क्वालिफाइड हैं. बच्चों को बहुत अच्छी एजुकेशन प्राप्त हो रही है. और एक बाकी स्कूल्स के कंपैरेटिव जो हम एक टैबू बना के रख देते हैं कि बड़े स्कूल्स हैं, प्रॉपर वैसी ही एजुकेशन, हर चीज़ की फैसिलिटी, वो चाहे ट्रांसपोर्टेशन की हो, चाहे आरओ सर्विस हो, चाहे सर्विलेंस ऑक्यूपाइड हमारा इंफ्रास्ट्रक्चर हो, लश ग्रीन इंफ्रास्ट्रक्चर हो, सिक्योरिटी हो, हम हर चीज़ बच्चों को प्रोवाइड करते हैं स्कूल में. मैडम क्या कहना चाहेंगे कि आप इंग्लिश के टीचर भी हो और साथ में कंप्यूटर का भी आप देख रहे हो, और कंप्यूटर की अगर हम बात कर लें तो उसमें भी नई क्रिएशन बच्चों को जो मॉडर्न ही रहा है उसके साथ आप जोड़ रहे हैं. सर आपको जैसे पता ही है कि आज का जो युग है वो विज्ञान का युग है.
टुडेज़ एरा इज़ अ मॉडर्न एरा ऑफ टेक्नोलॉजी। सो अगर कंप्यूटर एक ऐसी चीज़ है, कंप्यूटर विज्ञान एक ऐसी चीज़ है जिसके साथ आज एक हर इंसान जुड़ा है। अगर हमें अपनी रोटी कमाने के लिए इंग्लिश बोलना आना चाहिए। इफ़ यू वांट टू अर्न अ ब्रेड एंड बटर, इंग्लिश इज़ अ वेरी कॉमन सोर्स ऑफ कम्युनिकेशन। सिमिलरली हर एक इंसान को जो जॉब किसी भी फील्ड में जॉब करता है उसे बेसिक कंप्यूटर की नॉलेज होनी चाहिए। बिना कंप्यूटर की नॉलेज एंड बिना बेसिक इंग्लिश के आई डोंट थिंक कि इस एरा में, इस युग में हमारी कोई गति है। सो कंप्यूटर्स से हम बच्चों को रूबरू कराते हैं। जो उनकी बुक्स में कंसेप्चुअल चैप्टर्स होते हैं उसका हम प्रैक्टिकल इम्प्लीमेंटेशन करके उनके कंसेप्ट्स को क्लैरिफाई करते हैं। मैडम क्या कहना चाहेंगे कि आप यहाँ कर बच्चों को इंग्लिश स्पीकिंग के लिए परिपक्व करते हैं, उनको बताते हैं कि आप लोगों ने मिरर के सामने कैसे इंग्लिश बोलना है, कैसे आपने इंग्लिश के पेपर्स पढ़ने हैं, कैसे आपने कमेंट्री सुननी है और कैसे आपने इंग्लिश बीइंग इंटरनेशनल लैंग्वेज कैसे इसके साथ हमने रहना है। जी बिल्कुल सर, इंग्लिश इज़ अ वेरी strong and the only source which connects us from the entire world, from the languages, from the countries of the entire world। and उस इंग्लिश को सीखने के लिए हमने स्कूल में एक घंटे का पीरियड रख रखा है। पहले पीरियड से शुरू होता है, वो पीरियड का नाम ही कम्युनिकेशन स्किल्स रख रखा है। वहाँ हम बच्चों को स्पीकिंग, वोकैबलरी, नॉट ऑन द फोकसिंग ऑन ग्रामर, बस उसको बोलते कैसे हैं, अपने आप में कॉन्फिडेंस कैसे लेकर आते हैं, अपना टर्न आउट कैसे रखना चाहिए। काउंसलिंग करी जाती है, बच्चों को बेसिक ग्रामर के कंसेप्ट सिखाए जाते हैं, बोलना किस तरीके से चाहिए, बच्चे के अंदर कॉन्फिडेंस कैसे लेके आना है, बच्चों को हम प्रैक्टिस करवाते हैं। थैंक यू सर। ਹੁਣ ਅਸੀਂ ਹੈਗੇ ਆ ਇੱਥੋਂ ਦੀ ਉਹ ਟੀਮ ਦੇ ਨਾਲ ਜਿਹੜੀ ਕਿ ਸਾਰੇ ਸਕੂਲ ਦੇ ਵਿੱਚ ਐਜ਼ ਅ ਬੈਕਬੋਨ ਸੇਵਾ ਜਿਹੜੀ ਕਰ ਰਹੀ ਹੈਗੀ ਆ। ਸਰ ਜਿੱਦਾਂ ਦੱਸ ਰਹੇ ਸੀਗੇ ਕਿ ਮੇਰਾ ਸਟਾਫ ਜਿਹੜਾ ਉਹੀ ਮੇਰੀ ਤਾਕਤ ਹੈਗੀ ਆ। ਸਰ ਕੀ ਕਹਿਣਾ ਚਾਹੋਗੇ? ਸਾਡਾ ਸਟਾਫ ਬੜਾ ਇਨੋਵੇਟਿਵ ਹੈ, ਐਨਰਜੈਟਿਕ ਹੈ, ਯੰਗਸਟਰ ਦੀ ਟੀਮ ਹੈ ਔਰ ਇਹ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਇਹ ਬੁਲੰਦੀਆਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਨੇ ਇਹ ਕੰਟੀਨਿਊ ਰਹਿਣਗੇ ਔਰ ਸਾਰਥਕ ਹੁੰਦੇ ਰਹਿਣਗੇ। ਸਰ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਸਵੇਰ ਤੋਂ ਹੀ ਜਦੋਂ ਇਹ ਸਵੇਰ ਆਉਂਦੇ ਆ ਉਦੋਂ ਇਹਨਾਂ ਨੂੰ ਕੌਂਸਲ ਕਰਦੇ ਹੋ ਵੀ ਭਾਈ ਆਪਾਂ ਵਿੱਦਿਆ ਦਾ ਦਾਨ ਦੇਣਾ, ਆਪਾਂ ਇੱਥੇ ਸਕੂਲ ਦੇ ਵਿੱਚ ਸੇਵਾ ਕਰਨੀ ਆ ਔਰ ਸੇਵਾ ਭਾਵ ਨੂੰ ਲੈ ਕੇ ਕਿ ਅਸੀਂ ਇਹ ਜਿਹੜੇ ਸੈਂਸ ਸੋਲਜਰ, ਅਸੀਂ ਸੰਤ ਸਿਪਾਹੀ ਜਿਹੜੇ ਬਣਾਉਣੇ ਹੈਗੇ ਆ ਉਹ ਉੱਦਾਂ ਨਹੀਂ ਬਣਨਗੇ। ਉਹਨਾਂ ਨੂੰ ਮੈਂਟਲੀ, ਉਹਨਾਂ ਨੂੰ ਪ੍ਰੈਕਟੀਕਲੀ ਜਿਹੜੇ ਹੈਗੇ ਬੱਚਿਆਂ ਦਾ ਮਾਈਂਡ ਸੈਟਅਪ, ਜਿੱਦਾਂ ਅੱਜ ਪੇਰੈਂਟ ਮੀਟ 'ਤੇ ਅਸੀਂ ਦੇਖਿਆ ਕਿ ਹਰ ਪੇਰੈਂਟ ਦੇ ਨਾਲ ਬੱਚਿਆਂ ਦੇ ਬਾਰੇ ਗੱਲਬਾਤ ਕੀਤੀ ਗਈ ਕਿ ਬੱਚਿਆਂ ਦਾ ਕਿੱਥੇ ਜਾ ਕੇ ਬੱਚਿਆਂ ਦੀ ਵੀਕਨੈਸ ਆ, ਕਿੱਥੇ ਜਾ ਕੇ ਬੱਚਿਆਂ ਦੇ ਐਟੀਕੇਟਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਜਾਂ ਘਰੇ ਉਹ ਕਿੱਦਾਂ ਦਾ ਐਟਮੋਸਫੀਅਰ ਗ੍ਰਹਿਣ ਕਰਦੇ ਨੇ, ਹਰ ਚੀਜ਼ ਦੇ ਉੱਪਰ ਧਿਆਨ ਦਿੱਤਾ ਜਾਂਦਾ। ਐਕਚੁਅਲੀ ਤੁਸੀਂ ਸਾਡੀ ਨਾ ਮਾਰਨਿੰਗ ਅਸੈਂਬਲੀ ਨਹੀਂ ਅਟੈਂਡ ਕਰ ਸਕੇ। ਸਾਡੀ ਮਾਰਨਿੰਗ ਅਸੈਂਬਲੀ ਬੜੀ ਇੰਪ੍ਰੈਸਿਵ ਹੁੰਦੀ ਹੈ। ਉਹ 'ਚ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਡੇ ਮਿਊਜ਼ਿਕ ਟੀਚਰ ਸ਼੍ਰੀ ਰਾਮ ਸਰੂਪ ਜੀ ਬਹੁਤ ਟੈਲੈਂਟਡ ਨੇ ਇਸ ਫੀਲਡ ਦੇ ਵਿੱਚ ਔਰ ਬੱਚਿਆਂ ਨੂੰ ਪ੍ਰਪੇਅਰ ਕੀਤਾ ਜਾਂਦਾ ਹੈ ਕਿ ਤੁਸੀਂ ਸਕੂਲ ਆਏ ਹੋ ਇਕੱਲਾ ਅਕੈਡਮਿਕ ਨਹੀਂ ਆਪਣਾ ਇੰਪਰੂਵ ਕਰਨੀ, ਉਹਦੇ ਨਾਲ ਨਾਲ ਮੋਰਲ ਐਜੂਕੇਸ਼ਨ, ਇੱਕ ਚੰਗੇ ਇਨਸਾਨ ਬਣਨਾ ਹੈ ਔਰ ਸਮਾਜ ਨੂੰ ਸੇਧ ਦੇਣੀ ਹੈ, ਸਮਾਜ ਦੇ ਵਿੱਚ ਇੱਕ ਪਿਲਰ ਬਣ ਕੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਔਰ ਟੀਚਰਸ ਦੇ ਵਿੱਚ ਬੜਾ ਵੱਡਾ ਰੋਲ ਪਲੇ ਕਰ ਰਹੇ ਆ। ਟੀਚਰਸ ਆਰ ਇਕੁਅਲੀ ਇੰਪੋਰਟੈਂਟ, ਰਾਦਰ ਮੋਰ ਇੰਪੋਰਟੈਂਟ ਇਨ ਐਨ ਇੰਸਟੀਟਿਊਸ਼ਨ ਫਾਰ ਦ ਅਪਲਿਫਟ ਆਫ ਦ ਸਟੂਡੈਂਟਸ ਐਟਸੈਟਰਾ। ਥੈਂਕ ਯੂ ਸਰ। ਗ੍ਰੀਨਰੀ ਨਾਲ ਲੈਸ ਹੈ ਸਕੂਲ ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਵੀ ਤੁਸੀਂ ਕਿਸੇ ਟੀਚਰ ਦੇ ਨਾਲ ਵੀ ਇੱਦਾਂ ਨਹੀਂ ਵੀ ਟੀਚਰ ਕੋਈ ਨਾਰਾਜ਼ ਹੋਵੇ, ਉਹਨਾਂ ਦੇ ਨਾਲ ਕੰਪਲੀਮੇਸ਼ਨ ਕਰਕੇ, ਪੇਰੈਂਟਸ ਨਾਲ ਕੰਪਲੀਮੇਸ਼ਨ ਕਰਕੇ, ਪੇਰੈਂਟਸ ਜਿੱਦਾਂ ਕਹਿੰਦੇ ਸੀਗੇ ਉਹਨਾਂ ਦੀ ਗੱਲ ਮੰਨੀ ਗਈ, ਪੇਰੈਂਟਸ ਦੀ ਕਿਸੇ ਪੇਰੈਂਟਸ ਨੂੰ ਨਾਰਾਜ਼ ਨਹੀਂ ਕੀਤਾ ਗਿਆ ਔਰ ਕੋਈ ਫੀਸਾਂ ਵਾਲੀ ਗੱਲ ਨਹੀਂ ਹੈ ਕਿ ਫੀਸਾਂ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸੇਵਾ, ਇੱਥੇ ਸੇਵਾ ਜਿਹੜੀ ਹੈਗੀ ਆ ਪਰਸਨਲ ਸੇਵਾ ਵੀ ਹੈ, ਇੱਥੇ ਡਿਵੋਸ਼ਨਲ ਸੇਵਾ ਵੀ ਹੈਗੀ ਹੈ। ਐਕਚੁਅਲੀ ਫੀਸ ਦੇ ਇਸ਼ੂਜ਼ ਬੜੇ ਉੱਠੇ ਡਿਊਰਿੰਗ ਕੋਵਿਡ ਪੀਰੀਅਡ। ਪੇਰੈਂਟਸ ਦੀਆਂ ਪ੍ਰੋਬਲਮ ਵੀ ਜੈਨੂਨ ਸੀ, ਇੰਸਟੀਟਿਊਸ਼ਨ ਦੀਆਂ ਪ੍ਰੋਬਲਮ ਵੀ ਜੈਨੂਨ ਸੀ। ਅਸੀਂ ਗੌਰਮੈਂਟ ਦੀਆਂ ਇੰਸਟਰਕਸ਼ਨ ਨੂੰ ਫਾਲੋ ਕਰਦੇ ਹੋਏ ਕਿਸੇ ਵੀ ਪੇਰੈਂਟਸ ਨੂੰ ਕੰਪੈਲ ਨਹੀਂ ਕੀਤਾ ਕਿ ਫੀਸ ਦਿਓਗੇ ਤਾਂ ਹੀ ਤੁਹਾਡੇ ਬੱਚੇ ਨੂੰ ਪੜ੍ਹਾਵਾਂਗੇ। ਅਸੀਂ ਜਿਹੜੀ ਆਨਲਾਈਨ ਐਜੂਕੇਸ਼ਨ ਸੀ ਉਹ ਸਾਰੇ ਬੱਚਿਆਂ ਦੀ ਇਰਰਿਸਪੈਕਟਿਵ ਆਫ ਦਾ ਫੈਕਟ ਕਿ ਉਹ ਫੀਸ ਪੇ ਕਰ ਸਕੇ ਇਨ ਟਾਈਮ ਕਿ ਨਹੀਂ ਕਰ ਸਕੇ, ਅਸੀਂ ਉਹ ਕੰਟੀਨਿਊ ਕੀਤੀ ਔਰ ਟੀਚਰ ਦਾ ਬੜਾ ਵੱਡਾ ਯੋਗਦਾਨ ਰਿਹਾ। ਇਹਨਾਂ ਨੇ ਘਰਾਂ ਦੇ ਵਿੱਚ ਬੈਠ ਕੇ ਆਪਣਾ ਸਿਸਟਮ ਪੂਰਾ ਇੰਟਰੋਡਿਊਸ ਕੀਤਾ ਹੈ। ਫਸਟ ਟਾਈਮ ਐਕਚੁਅਲੀ ਇਹਨਾਂ ਨੂੰ ਆਨਲਾਈਨ ਐਜੂਕੇਸ਼ਨ ਦਾ ਐਕਸਪੀਰੀਅੰਸ ਇਹਨਾਂ ਨੇ ਲਿਆ ਔਰ ਉਸ ਤੋਂ ਬਾਅਦ ਬਹੁਤ ਵਧੀਆ ਚੱਲਿਆ ਉਹ। ਔਰ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੀ, ਇੰਸਟੀਟਿਊਸ਼ਨ ਜਿਹੜੇ ਬੰਦ ਹੋ ਗਏ ਇਸੇ ਕਾਰਨ ਕਿ ਉਹ ਆਨਲਾਈਨ ਐਜੂਕੇਸ਼ਨ ਨਹੀਂ ਫਾਲੋ ਕਰ ਸਕੇ। ਸਾਡਾ ਬਹੁਤ ਵਧੀਆ ਤਜਰਬਾ ਰਿਹਾ ਉਹਦੇ ਵਿੱਚ, ਟੀਚਰ ਨੇ ਬਹੁਤ ਵਧੀਆ ਰੋਲ ਪਲੇ ਕੀਤਾ। ਥੈਂਕ ਯੂ ਸਰ।
गुड आफ्टरनून टू एवरीवन। हमारा स्कूल जो है वो बहुत ही अच्छा हमारे इलाके में, मजीठा इलाके में बहुत अच्छा है। हमारा बेस्ट इंस्टीट्यूशन माना जाता है। यहाँ पर कोई भी प्रॉब्लम आती है तो हम अपने रिस्पेक्टेड चेयरमैन सर से कोई प्रॉब्लम भी हो शेयर करते हैं तो वो हमें इमीडिएटली उसका सलूशन जो है वो हमें प्रोवाइड करते हैं। नो डाउट वो हमें बच्चों के रिलेटेड भी कोई प्रॉब्लम्स आती हैं तो हमें जो है वो बेस्ट सलूशन हमें हर टाइम देते हैं और हर सिचुएशन से हमें बड़ी ईज़िली हम निकल सकते हैं उस सिचुएशन से। और हर जगह में जो है आप देख सकते हो स्पोर्ट्स की फील्ड में भी हमारा स्कूल सबसे आगे है इलाके में भी। ਐਕਚੁਅਲੀ ਛੁੱਟੀ ਦਾ ਟਾਈਮ ਤੇ ਵੈਸੇ ਵੀ ਸਾਰਿਆਂ ਲਈ ਖੁਸ਼ੀ ਦਾ ਟਾਈਮ ਹੁੰਦਾ ਹੈ ਕਿ ਅਸੀਂ ਘਰ ਜਾ ਰਹੇ ਹਾਂ, ਬਟ ਸਾਰਾ ਦਿਨ ਇੱਥੇ ਇਸ ਤਰੀਕੇ ਦਾ ਐਟਮੋਸਫੇਅਰ ਹੁੰਦਾ ਹੈ ਕਿ ਅਸੀਂ ਹਰ ਪਲ ਨੂੰ ਇੱਥੇ ਇੰਜੋਏ ਕਰਦੇ ਹਾਂ। ਪਲੱਸ ਮੋਰ ਓਵਰ ਫੈਮਿਲੀ ਐਟਮੋਸਫੇਅਰ ਮਿਲਦਾ ਹੈ ਇੱਥੇ। ਦੂਸਰਾ ਇੱਕ ਇਹ ਵੀ ਹੈ ਕਿ ਮਤਲਬ ਸਾਨੂੰ ਐਜ਼ ਆ ਟੀਚਰ ਅਸੀਂ ਵਧੀਆ ਜੌਬ ਕਰ ਰਹੇ ਹਾਂ, ਬਟ ਸਾਨੂੰ ਐਜ਼ ਆ ਫੈਮਿਲੀ ਮੈਂਬਰ ਦੀ ਤਰ੍ਹਾਂ ਇੱਥੇ ਟਰੀਟ ਕੀਤਾ ਜਾਂਦਾ ਜੋ ਕਿ ਬੈਸਟ ਪਾਰਟ ਹੈਗਾ ਇਸ ਇੰਸਟੀਟਿਊਸ਼ਨ ਦਾ। ਗੁੱਡ ਆਫਟਰਨੂਨ ਫਸਟ ਆਫ ਆਲ। ਜਿਵੇਂ ਤੁਸੀਂ ਫੁਲਵਾੜੀ ਦੀ ਗੱਲ ਕੀਤੀ ਹੈ, ਕੋਈ ਵੀ ਫੁਲਵਾੜੀ ਆ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਨੇ, ਠੀਕ ਹੈ। ਕੋਈ ਫੁੱਲ ਰੰਗ ਬਿਰੰਗਾ ਹੁੰਦਾ ਹੈ, ਕਿਸੇ ਫੁੱਲ ਦਾ ਰੰਗ ਇੱਕ ਤਰ੍ਹਾਂ ਦਾ ਹੁੰਦਾ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਸਾਡੀ ਫੁਲਵਾੜੀ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਬੱਚੇ ਆਉਂਦੇ ਨੇ, ਠੀਕ ਹੈ। ਉਹਨਾਂ ਨੂੰ ਅਸੀਂ ਆਪਣੇ ਅਕੋਰਡਿੰਗ ਢਾਲਣਾ ਹੈ। ਕਿਵੇਂ ਢਾਲਣਾ ਹੈ ਉਹ ਸਾਡੇ ਸਕੂਲ ਦੀ ਗਾਈਡਲਾਈਨਸ ਦੇ ਵਿੱਚ ਪਹਿਲੇ ਹੀ ਮੈਂਸ਼ਨ ਹੁੰਦਾ ਹੈ। ਜਿੱਦਾਂ ਮਤਲਬ ਬੱਚੇ ਪਹਿਲੇ ਆਉਂਦੇ ਨੇ, ਠੀਕ ਹੈ, ਪੇਰੈਂਟਸ ਛੱਡ ਕੇ ਜਾਂਦੇ ਨੇ, ਪੇਰੈਂਟਸ ਨੂੰ ਪਹਿਲੇ ਗਾਈਡ ਕੀਤਾ ਜਾਂਦਾ ਕਿ ਤੁਸੀਂ ਬੱਚੇ ਨਾਲ ਕਿਵੇਂ ਟਰੀਟ ਕਰਨਾ ਹੈ, ਕਿਉਂਕਿ ਉਹਨਾਂ ਨੇ ਮੋਸਟ ਆਫ ਦੀਆਂ ਥਿੰਗਸ ਜਿਹੜੀਆਂ ਉਹ ਆਪਣੇ ਪੇਰੈਂਟਸ ਕੋਲ ਸਿੱਖਣੀਆਂ ਹੁੰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਪੇਰੈਂਟਸ ਨੂੰ ਵੀ ਗਾਈਡ ਕਰਨਾ ਸਾਡੀ ਇੱਕ ਮੋਰਲ ਡਿਊਟੀ ਬਣਦੀ ਹੈ। ਔਰ ਉਸ ਤੋਂ ਬਾਅਦ ਬੱਚਾ ਕਲਾਸਰੂਮ 'ਚ ਐਂਟਰ ਕਰਦਾ, ਆਪਣੇ ਟੀਚਰ ਨਾਲ ਬੜੇ ਹੀ ਹੈਪੀਲੀ ਮੂਡ ਵਿੱਚ ਉਹਨੂੰ ਵਿਸ਼ ਕਰਦਾ ਜਾ ਕੇ, ਔਰ ਉਹਨੂੰ ਇੰਗਲਿਸ਼ ਦੇ ਛੋਟੇ ਛੋਟੇ ਵਰਡਸ ਜਿਹੜੇ ਆ ਉਹ ਉੱਥੋਂ ਹੀ ਬੇਸਿਕ ਪਲੇ ਪੈਨ ਕਲਾਸ ਤੋਂ ਹੀ ਸਟਾਰਟ ਕਰ ਦਿੱਤੇ ਜਾਂਦੇ ਨੇ। ਫੋਰ ਐਗਜ਼ਾਮਪਲ ਮੇਰੀ ਖੁਦ ਦਾ ਬੱਚੀ ਹੈ ਤਾਨਿਸ਼ਪ੍ਰੀਤ ਕੌਰ, ਉਹ ਇਸ ਸਕੂਲ ਵਿੱਚ ਸਟੂਡੈਂਟ ਹੈ ਪਲੇ ਪੈਨ ਦੀ। ਉਹਨੇ ਵੀ ਬਹੁਤ ਸਾਰੇ ਇੰਗਲਿਸ਼ ਦੇ ਵਰਡਸ ਜਿਹੜੇ ਆ ਉਹ ਇੱਥੋਂ ਹੀ ਕੈਚ ਕੀਤੇ ਨੇ। ਐਜ਼ ਅ ਟੀਚਰ ਮੈਂ ਵੀ ਉਹਨੂੰ ਗਾਈਡ ਕਰ ਰਹੀ ਹਾਂ, ਬਟ ਜੋ ਉਹਨੂੰ ਸਕੂਲ 'ਚੋਂ ਮਿਲਿਆ ਮੈਨੂੰ ਨਹੀਂ ਲੱਗਦਾ ਉਹ ਘਰ 'ਚੋਂ ਮਿਲ ਸਕਦਾ ਸੀ। ਸੋ ਇਹ ਸਾਡੇ ਮਤਲਬ ਗਾਈਡਰ, ਪ੍ਰਿੰਸੀਪਲ ਸਰ, ਚੇਅਰਮੈਨ ਸਰ ਔਰ ਜਿੰਨੇ ਵੀ ਸਾਡੇ ਟੀਚਰ ਨੇ, ਸਭ ਨੇ ਮਤਲਬ ਬਹੁਤ ਹੀ ਅੱਛੀ ਤਰ੍ਹਾਂ ਬੱਚਿਆਂ ਨੂੰ ਗਾਈਡ ਕੀਤਾ ਹੈ ਕਿ ਇੰਗਲਿਸ਼ ਦੇ ਜੇ ਛੋਟੇ ਛੋਟੇ ਵਰਡਸ ਹੈ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ। ਆਈ ਐਮ ਆਲਸੋ ਇੰਗਲਿਸ਼ ਟੀਚਰ। ਸੋ ਅਗਰ ਅਸੀਂ ਬੱਚਿਆਂ ਨਾਲ ਕਮਿਊਨੀਕੇਸ਼ਨ ਗੁੱਡ ਵੇ 'ਚ ਕਰਾਂਗੇ, ਓਬਵੀਅਸ ਬੱਚੇ ਵੀ ਗੁੱਡ ਵੇ 'ਚ ਕਰਨਗੇ, ਐਂਡ ਜੋ ਬੱਚੇ ਟੀਚਰ ਕਰਨਗੇ ਬੱਚੇ ਉਹੀ ਉਹ ਚੀਜ਼ ਨੂੰ ਫੋਲੋ ਕਰਦੇ ਨੇ। ਸੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਅੱਛਾ ਇੱਥੋਂ ਦਾ ਐਟਮੋਸਫੇਅਰ ਹੈ ਔਰ ਬੇਸਿਕ ਕਲੀਅਰ ਹੈ ਬੱਚੇ ਦੇ, ਅਤੇ ਬੱਚੇ ਦਾ ਜਿਹੜਾ ਬੇਸ ਹੈ ਉੱਪਰ ਜਾ ਕੇ ਲੈਵਲ ਹੈ, ਰੀਡਿੰਗ ਹੈ, ਰਾਈਟਿੰਗ ਹੈ, ਐਵਰੀਥਿੰਗ ਇਜ਼ ਕਲੀਅਰ। ਸੋ ਆਈ ਜਸਟ ਵਾਂਟ ਟੂ ਸੇ ਦੈਟ ਕਿ everyone is learning, either then is a teacher, is a कोई भी आप सर्विसमैन कोई भी ले लो, टीचर ले लो या कोई भी, हर एक पर्सन जो है वो सीख रहा है। और यहाँ पे सर भी बहुत कोऑपरेटिव है। पर्सनल हमें कोई प्रॉब्लम हो तो वो उसके लिए भी स्टैंड अप लेते हैं। प्रिंसिपल सर इज़ ऑल्सो वेरी कोऑपरेटिव, वो भी हर जगह पे हमें सपोर्ट करते हैं। सो ऑल द टीचर्स, कोऑर्डिनेटर सभी बहुत अच्छे हैं और हमारे स्टूडेंट्स, अगर हम अच्छे हैं तो हमारे स्टूडेंट्स डेफिनेटली, आई एम वेरी प्राउड कि मुझे बहुत अच्छा है कि हमारे स्टूडेंट जो है वो भी बहुत अच्छे होकर निकलेंगे। ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੇ ਸਕੂਲ ਦੇ ਵਿੱਚ ਜਿਹੜਾ ਵੀ ਸਟੂਡੈਂਟ ਐਂਟਰ ਹੋ ਜਾਂਦਾ ਹੈ, ਸਾਡਾ ਮੋਟਿਵ ਹੈ ਕਿ ਉਹਨੂੰ ਇੱਕ ਅੱਛਾ ਇਨਸਾਨ ਬਣਾਉਣਾ, ਠੀਕ ਹੈ, ਧਰਮ ਚਾਹੇ ਉਹਦਾ ਕੋਈ ਵੀ ਹੈ। ਅਤੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਕੋਈ ਵੀ ਤਿਉਹਾਰ ਜਿਹੜਾ ਉਹ ਸਭ ਦੇ ਲਈ ਸਾਂਝਾ ਹੈ। ਜਿਵੇਂ ਸਾਡੇ ਲਈ ਬੱਚੇ ਤਾਂ ਵੈਸੇ ਹੀ ਕਿਹਾ ਜਾਂਦਾ ਕਿ ਰੱਬ ਦਾ ਰੂਪ ਹੈ ਨਾ, ਹਰ ਸਕੂਲ ਵੀ ਬੱਚਿਆਂ ਦੇ ਨਾਲ ਹੀ ਹੈ। ਸੋ ਬੱਚਿਆਂ ਨੂੰ ਕੋਈ ਵੀ ਤਿਉਹਾਰ ਹੈ ਉਹਦਾ ਇਤਿਹਾਸਿਕ ਪਿਛੋਕੜ ਪਹਿਲਾਂ ਦੱਸਿਆ ਜਾਂਦਾ ਹੈ, ਫਿਰ ਉਹਦੇ ਨਾਲ ਰਿਲੇਟਡ ਜਿੰਨੀਆਂ ਵੀ ਐਕਟੀਵਿਟੀਜ਼ ਵੱਧ ਤੋਂ ਵੱਧ ਟੀਚਰਸ ਗਾਈਡ ਕਰਦੇ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਪਾਰਟਿਸਿਪੇਟ ਕਰਵਾਉਣਾ ਔਰ ਉਹਨਾਂ ਤੋਂ ਜਾਣੂ ਕਰਵਾਉਣਾ। ਸੋ ਬੱਚੇ ਹਰ ਇੱਕ ਧਰਮ ਦੇ ਨਾਲ ਜੁੜੇ ਹੋਏ ਆ, ਠੀਕ ਹੈ। ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨਬੋ। ਸੋ ਜੇ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਫਿਲੋਸਫੀ 'ਤੇ ਇਹ ਸਕੂਲ ਜਿਹੜਾ ਬਿਲਡ ਹੋਇਆ, ਸੇਂਟ ਸੋਲਜਰ, ਸੰਤ ਸਿਪਾਹੀ, ਉਹਨਾਂ ਦੀ ਫਿਲੋਸਫੀ ਨੂੰ ਅਸੀਂ ਮੱਦੇਨਜ਼ਰ ਬੱਚਿਆਂ ਦੀਆਂ ਹਰ ਇੱਕ ਧਰਮ ਦੇ ਵਿੱਚ ਜੋ ਵੀ ਐਕਟੀਵਿਟੀਜ਼ ਹੈ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਉਹਨਾਂ ਨੂੰ ਕਰਵਾਉਂਦੇ ਹਾਂ, ਕਿਉਂਕਿ ਬੱਚਾ ਜਿਹੜਾ ਹੈ ਉਹ ਕੱਚੀ ਮਿੱਟੀ ਹੈ, ਜਿੱਧਰ ਨੂੰ ਅਸੀਂ ਉਹਨੂੰ ਢਾਲ ਲਵਾਂਗੇ ਉੱਧਰ ਨੂੰ ਉਹਨੇ ਢਲ ਜਾਣਾ। ਸੋ ਐਕਟੀਵਿਟੀਜ਼ ਇਸ ਤਰੀਕੇ ਨਾਲ ਕਰਨੀਆਂ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਨਫ਼ਰਤ ਜਾਂ ਕੋਈ ਈਰਖਾ ਵਾਲੀ ਭਾਵਨਾ ਨਾ ਹੋਵੇ ਧਰਮ ਦੇ ਪ੍ਰਤੀ, ਸਗੋਂ ਇੱਕ ਦੂਸਰੇ ਦੇ ਧਰਮਾਂ ਦਾ ਸਤਿਕਾਰ ਕਰਨਾ ਜਿਹੜਾ ਉੱਥੇ ਸਿਖਾਇਆ ਜਾਂਦਾ।